ਵੱਡੇ ਸਿਆਸੀ ਲੀਡਰਾਂ ਦੇ ਵਿੱਚ ਟਵਿੱਟਰ ਵਾਰ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ। ਸੀਐਮ ਮਾਨ ਨੇ ਜਲੰਧਰ ਦੇ ਵਿੱਚ ਇਕੱਠੇ ਹੋਏ ਲੀਡਰਾਂ ਤੇ ਸਵਾਲ ਚੁੱਕੇ ਸਭ ਦੇ ਚਿਹਰੇ ਸਾਹਮਣੇ ਆ ਗਏ ਨੇ। ਸੀਐਮ ਮਾਨ ਨੂੰ ਕਿਹਾ ਗਿਆ ਕਿ ਸਭ ਦੇ ਚਿਹਰੇ ਸਾਹਮਣੇ ਆ ਚੁੱਕੇ ਨੇ, ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨੇ। ਸਿੱਧੂ ਮਜੀਠੀਆ ਦਾ ਸ਼ਾਇਰਾਨਾ ਅੰਦਾਜ਼ ਦੇ ਵਿੱਚ ਜਵਾਬ ਵੀ ਹੈ। ਜਵਾਬ ਦਿੱਤਾ ਗਿਆ ਕਿ ਦਿੱਲੀ ਦੇ ਰਿਮੋਟ ਸਾਨੂੰ ਸਵਾਲ ਕਰੇ ਨੇ। ਸਿੱਧੂ ਤੇ ਮਜੀਠੀਆ ਦੇ ਵੱਲੋਂ ਜਿਹੜਾ ਕਿ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸੀਐਮ ਮਾਨ ਤੇ ਪਲਟਵਾਰ ਕੀਤਾ ਗਿਆ। ਦਰਅਸਲ ਪਹਿਲਾਂ ਸੀਐਮ ਮਾਨ ਦੇ ਵੱਲੋਂ ਟਵੀਟ ਕੀਤਾ ਜਾਂਦਾ ਹੈ, ਜਲੰਧਰ ਦੇ ਵਿੱਚ ਇਕੱਠੇ ਹੋਏ ਲੀਡਰਾਂ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਨੇ। ਸੀਐਮ ਮਾਨ ਦੇ ਨੂੰ ਕਿਹਾ ਜਾਂਦਾ ਹੈ ਕਿ ਸਾਰਿਆਂ ਦੇ ਚਿਹਰੇ ਸਾਹਮਣੇ ਆ ਗਏ ਨੇ, ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨੇ। ਜਿਸ ਤੋਂ ਬਾਅਦ ਚ ਸਿੱਧੂ ਤੇ ਮਜੀਠੀਆ ਦੇ ਵੱਲੋਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਜਵਾਬ ਦਿੰਦੇ ਹੋਏ ਕਿਹਾ ਜਾਂਦਾ ਹੈ ਕਿ ਦਿੱਲੀ ਦੇ ਰਿਮੋਟ ਸਾਨੂੰ ਸਵਾਲ ਕਰ ਰਹੇ ਨੇ। ਸੰਡੇ ਨੂੰ ਸ਼ੁਰੂ ਹੋਈ ਟਵਿੱਟਰ ਵਾਰ ਦੀ ਸ਼ੁਰੂਆਤ ਹੋਈ ਸੀ ਸੀਐਮ ਭਗਵੰਤ ਮਾਨ ਦੇ ਟਵੀਟ ਦੇ ਨਾਲ, ਜਿਸ ਦੇ ਵਿੱਚ ਉਹਨਾਂ ਨੇ ਇੱਕ ਕਵਿਤਾ ਦੇ ਰਾਹੀਂ ਤੰਜ ਕੱਸਿਆ ਸੀ। ਸੀਐਮ ਨੇ ਲਿਖਿਆ ਸੀ, ਜਦੋਂ ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ, ਧਾਰਮਿਕ ਅਸਥਾਨਾਂ ਤੇ ਟੈਂਟ ਚੜਾਉਣ ਵਾਲੇ, ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ, ਦੇਸ਼ ਨੂੰ ਧਰਮ ਦੇ ਨਾਮ ਤੇ ਲੜਾਉਣ ਵਾਲੇ, ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ, ਸਮਗਲਰਾਂ ਨੂੰ ਗੱਡੀਆਂ ਵਿੱਚ ਬਿਠਾਉਣ ਵਾਲੇ, ਗੱਲ-ਗੱਲ ਤੇ ਤਾਲੀ ਠੁਕਵਾਉਣ ਵਾਲੇ, ਸ਼ਹੀਦਾਂ ਦੀਆਂ ਯਾਦਗਾਰਾਂ 'ਚੋਂ ਪੈਸੇ ਕਮਾਉਣ ਵਾਲੇ ਹੋਵਣ ਸਾਰੇ ਇਕੱਠੇ, ਇਹਨੂੰ ਕਹਿੰਦੇ ਆ ਇੱਕੋ ਥਾਲੀ ਦੇ ਚੱਟੇ ਵੱਟੇ। ਸੀਐਮ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਆਗੂ ਨੇ ਟਵੀਟ ਕੀਤਾ, ਲਿਖਿਆ, ਜਦੋਂ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਸਿਆਸਤ ਨੂੰ ਚਮਕਾਉਣ ਵਾਲੇ, ਦਰਬਾਰ ਸਾਹਿਬ ਦੇ ਹਮਲੇ ਲਈ ਜ਼ਿੰਮੇਵਾਰ ਪਰਿਵਾਰ ਨੂੰ ਜੱਫੀਆਂ ਪਾਉਣ ਵਾਲੇ, ਗੁਰੂ ਘਰਾਂ ਤੇ ਧਾਰਾ 144 ਲਵਾਉਣ ਵਾਲੇ, ਸਿੱਖ ਨੌਜਵਾਨਾਂ ਤੇ ਐਨਐਸਏ ਲਵਾਉਣ ਵਾਲੇ, ਸੁਰੱਖਿਆ ਵਾਪਸ ਲੈ ਕੇ ਸਿੱਧੂ ਮੂਸੇਵਾਲੇ ਨੂੰ ਮਰਾਉਣ ਵਾਲੇ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲੇ, ਗੋਲਡੀ ਬਰਾੜ ਤੇ BMW ਦਾ ਝੂਠ ਫੈਲਾਉਣ ਵਾਲੇ, ਸ਼ਹੀਦ ਭਗਤ ਸਿੰਘ ਦੀ ਥਾਂ ਆਪਣੀਆਂ ਤਸਵੀਰਾਂ ਲਗਾਉਣ ਵਾਲੇ, SYL ਦੇ ਰਾਹੀਂ ਹਰਿਆਣਾ ਨੂੰ ਪਾਣੀ ਦੀਆਂ ਗਰੰਟੀਆਂ ਦਿਵਾਉਣ ਵਾਲੇ, ਪੰਜਾਬ ਨੂੰ ਦਿੱਲੀ ਦੇ ਰਿਮੋਟ ਤੇ ਚਲਾਉਣ ਵਾਲੇ, ਪੰਜਾਬ ਸਿਰ 45,000 ਕਰੋੜ ਦਾ ਕਰਜ਼ਾ ਚੜਾਉਣ ਵਾਲੇ, ਜੇਲ੍ਹਾਂ ਵਿੱਚ ਬੈਠਿਆਂ ਨੂੰ ਚੇਅਰਮੈਨ ਲਾਉਣ ਵਾਲੇ, ਕਟਾਰੂ ਚੱਕ ਦੀ ਸੋਚ ਨੂੰ ਚਮਕਾਉਣ ਵਾਲੇ। ਵਿਕਰਮ ਮਜੀਠੀਆ ਦੇ ਇਸ ਟਵੀਟ ਦੇ ਕੁਝ ਹੀ ਦੇਰ ਬਾਅਦ ਨਵਜੋਤ ਸਿੰਘ ਸਿੱਧੂ ਵੀ ਟਵਿੱਟਰ ਤੇ ਐਕਟਿਵ ਨਜ਼ਰ ਆਏ। ਉਹਨਾਂ ਲਿਖਿਆ, ਜਦੋਂ ਲੋਕਤੰਤਰ ਨੂੰ ਵਿਜੀਲੈਂਸ ਤੰਤਰ ਬਣਾਉਣ ਵਾਲੇ, ਦਿੱਲੀ ਦੇ ਇਸ਼ਾਰੇ ਤੇ ਪੰਜਾਬ ਨੂੰ ਪਿਆਦਾ ਬਣ ਰਿਮੋਟ ਕੰਟਰੋਲ ਨਾਲ ਚਲਾਉਣ ਵਾਲੇ, ਪੰਜਾਬ ਦੇ ਮਾਫੀਆ ਨੂੰ ਕਮਿਸ਼ਨਾਂ ਲੈ ਕੇ ਸੁਰੱਖਿਆ ਕਵਚ ਪਹਿਨਾਉਣ ਵਾਲੇ, ਪੰਜਾਬ ਦੇ ਕਰਜ਼ੇ ਤੇ ਕਰਜ਼ਾ ਚੜਾਉਣ ਵਾਲੇ, ਸੈਂਟਰ ਸਰਕਾਰ ਨਾਲ ਸੌਦੇ ਕਰ ਪੰਜਾਬ ਨੂੰ ਗਿਰਵੀ ਰਖਵਾਉਣ ਵਾਲੇ, ਪੰਜਾਬ ਦੇ ਅਮਨ ਅਮਾਨ ਨੂੰ ਰਾਜਨੀਤਿਕ ਮਨਸੂਬਿਆਂ ਵਿੱਚ ਉਲਝਾਉਣ ਵਾਲੇ, ਝੂਠ ਵੇਚ ਕੇ ਫੋਕੇ ਐਲਾਨਾਂ ਦੇ ਪੁਲਿੰਦੇ ਬਣਾਉਣ ਵਾਲੇ, ਆਪਣੇ ਚਿਹਰੇ ਤੇ ਲੱਗੀ ਧੂੜ ਨੂੰ ਸ਼ੀਸ਼ੇ ਦੀ ਧੂੜ ਸਮਝ ਕੇ ਮਿਟਾਉਣ ਵਾਲੇ, ਨੈਤਿਕ ਲੈਕਚਰਿੰਗ ਕਰਦੇ ਨੇ, ਫਿਰ ਪੰਜਾਬ ਦੇ ਲੋਕ ਨੇ ਮਿੱਤਰਾ ਤੇਰੇ ਤੇ ਲਾਨਤਾਂ ਪਾਉਣ ਵਾਲੇ। ਤਿੰਨ ਵੱਡੇ ਆਗੂਆਂ ਦੇ ਇਸ ਟਵਿੱਟਰ ਵਾਰ ਨੇ ਸ਼ਨੀਵਾਰ ਨੂੰ ਤਾਂ ਸਿਆਸਤ ਨੂੰ ਸੋਸ਼ਲ ਮੀਡੀਆ ਤੇ ਗਰਮਾ ਹੀ ਦਿੱਤਾ, ਪਰ ਕੀ ਅਗਲੇ ਹਫਤੇ ਦੀ ਸ਼ੁਰੂਆਤ ਦੇ ਵਿੱਚ ਵੀ ਇਸ ਟਵਿੱਟਰ ਵਾਰ ਤੇ ਸਿਆਸੀ ਤੰਜ ਜਾਂ ਸਿਆਸੀ ਬਿਆਨਬਾਜ਼ੀਆਂ ਦਾ ਜ਼ੋਰ ਜਾਰੀ ਰਹੇਗਾ? ਇਹ ਵੇਖਣਾ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਮੁੱਖ ਮੰਤਰੀ ਮਾਨ ਦੀ ਸਿੱਧੂ ਤੇ ਮਜੀਠੀਆ ਨਾਲ ਚੱਲ ਰਹੀ ਟਵਿੱਟਰ ਵਾਰ ਤੇ ਵੱਖ-ਵੱਖ ਸਿਆਸੀ ਪ੍ਰਤੀਕਰਮੀ ਸਾਹਮਣੇ ਆ ਰਹੇ ਨੇ। ਦੋ ਤਿੰਨ ਪੋਲੀਟੀਕਲ ਪਾਰਟੀਆਂ ਜਾਂ ਥੋੜੇ ਜਿਹੇ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ, ਅੱਜ ਉਹ ਆਪਣੇ ਸਿਆਸੀ ਹਿੱਤਾਂ ਦੇ ਲਈ, ਆਪਣੀ ਖੋਈ ਹੋਈ ਜ਼ਮੀਨ ਹਾਸਲ ਕਰਨ ਦੇ ਲਈ ਇਕੱਠੇ ਹੋ ਰਹੇ ਨੇ। ਬਿਲਕੁਲ ਸਿਧਾਂਤਾਂ ਤੋਂ ਭੁੱਲ ਗਏ। ਪਹਿਲਾਂ ਬਹੁਤ ਗੈਰ ਮਿਆਰੀ ਗੱਲਾਂ ਕਰਦੇ ਸੀ, ਆਪਣੇ ਪਰਿਵਾਰਾਂ ਦੇ ਖਿਲਾਫ, ਇੱਕ ਦੂਜੇ ਦੇ ਪਰਿਵਾਰਾਂ ਦੇ ਖਿਲਾਫ ਜਿਹੜਾ ਹੈਗਾ ਬਹੁਤ ਹੀ ਮੰਦੀ ਭਾਸ਼ਾ ਦਾ ਪ੍ਰਯੋਗ ਕਰਦੇ ਸੀਗੇ। ਸੋ ਉਹਨਾਂ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਹੋਇਆ ਕਿ ਕਿਸ ਪ੍ਰਕਾਰ ਦੇ ਲੀਡਰ ਨੇਗੇ। ਸੋ ਮੈਂ ਸਮਝਦਾ ਜਿਸ ਪ੍ਰਕਾਰ ਦੀ ਉਹਨਾਂ ਨੇ ਭਾਸ਼ਾ ਦਾ ਪ੍ਰਯੋਗ ਕੀਤਾਗਾ, ਉਹ ਪੰਜਾਬ ਦੇ ਅੰਦਰ ਜਿਹੜੀ ਉਹ ਭਾਸ਼ਾ ਨੂੰ ਲੋਕ ਮਾਨਤਾ ਦਿੰਦੇ ਹੈ। ਗੈਰ ਮਿਆਰੀ ਭਾਸ਼ਾ, ਅਨਪਾਰਲੀਮੈਂਟਰੀ ਲੈਂਗੁਏਜ ਜਿਹੜੀ ਆ ਉਹਨਾਂ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਪ੍ਰਤੀ ਵਰਤੀ ਆ। ਮੈਂ ਉਹਦੀ ਨਿੰਦਾ ਕਰਦਾਗਾ। ਇਸ ਤਰ੍ਹਾਂ ਦੇ ਜਿਹੜਾ ਸੱਭਿਆਚਾਰ ਆ, ਇਹ ਜਦੋਂ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਇਸ ਤਰ੍ਹਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਦਰਕਿਨਾਰ ਕੀਤਾ। ਤੇ ਜਿਹੜੀ ਪੰਜਾਬ ਦੀ ਰਾਜਨੀਤੀ ਹੈ, ਇਹ ਸ਼ੁਰੂ ਤੋਂ ਸ਼ਿਸ਼ਟਾਚਾਰ ਵਾਲੀ ਰਾਜਨੀਤੀ ਰਹੀ ਹੈ। ਗੰਦ ਤਾਂ ਉਰੇ 2014 ਤੋਂ ਬਾਅਦ ਜ਼ਿਆਦਾ ਪਿਆ, ਜਦੋਂ ਆਮ ਆਦਮੀ ਪਾਰਟੀ ਆਈ ਹੈ। ਉਹ ਲੋਕ ਆਏ ਨੇ ਜਿਨ੍ਹਾਂ ਨੂੰ ਪੰਜਾਬੀਅਤ ਦਾ ਗਿਆਨ ਹੀ ਨਹੀਂ। ਪੰਜਾਬ ਤਾਂ ਉਹ ਧਰਤੀ ਹੈ ਜਿੱਥੇ ਕਤਲ ਕਰਨ ਤੋਂ ਬਾਅਦ ਵੀ ਰਾਜੀਨਾਮੇ ਹੋ ਜਾਂਦੇ ਆ।
ਪਰ ਇਹਨੂੰ ਸਮਝ ਹੋ ਹੀ ਸਕਦਾ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ, ਦਿੱਲੀ ਵਾਲੇ ਜਾਂ ਦਿੱਲੀ ਮਾਡਲ ਤੇ ਪਹਿਰਾ ਦੇਣ ਵਾਲੇ ਪੰਜਾਬੀਅਤ ਨੂੰ ਨਹੀਂ ਸਮਝ ਸਕਦੇ। ਸੋ ਅਗਰ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਹੱਥ ਮਿਲਾਇਆ ਤਾਂ ਇਹ ਪੰਜਾਬ ਦੀ ਰਾਜਨੀਤੀ ਦਾ ਸ਼ਿਸ਼ਟਾਚਾਰ ਹੈ। ਦੋ ਭਲਵਾਨ ਖਾੜੇ 'ਚ ਉਤਰਨ ਲੱਗੇ ਵੀ ਹੱਥ ਮਿਲਾਉਂਦੇ, ਜੱਫੀ ਪਾਉਂਦੇ। ਰਾਜਨੀਤੀ ਆਪਣੀ ਜਗ੍ਹਾ, ਵਿਚਾਰ ਆਪਣੀ ਜਗ੍ਹਾ ਨੇ, ਪਰ ਸ਼ਿਸ਼ਟਾਚਾਰ ਆਪਣੀ ਜਗ੍ਹਾ। ਠੀਕ ਹੈ, ਮਨਮੁਟਾਵ ਹੋ ਸਕਦੇ ਨੇ, ਰਾਜਨੀਤਿਕ ਮਨਮੁਟਾਵ ਵੀ ਰਹੇ ਹੋਣੇ, ਪਰ ਇੱਕ ਲੰਬੇ ਸਮੇਂ ਤੋਂ ਪਹਿਲਾਂ ਵੀ ਇਹ ਦੋਨੋਂ ਇੱਕ ਦੂਜੇ ਨੂੰ ਐਸੀ ਗਰਮਜੋਸ਼ੀ ਨਾਲ ਮਿਲਦੇ ਸੀ। ਅਗਰ ਅੱਜ ਵੀ ਮਿਲੇ ਨੇ ਤਾਂ ਕੋਈ ਵੱਡੀ ਗੱਲ ਨਹੀਂ। ਪਹਿਲੀ ਗੱਲ ਤਾਂ ਭਗਵੰਤ ਸਿੰਘ ਮਾਨ ਜੀ, ਤੁਸੀਂ ਮੁੱਖ ਮੰਤਰੀ ਹੋ, ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰੋ। ਤੁਸੀਂ ਇਸ ਤਰ੍ਹਾਂ ਟਵੀਟ ਕਰਨਾ ਤੁਹਾਡਾ ਠੀਕ ਨਹੀਂ ਹੈ। ਜਿਹਦੇ ਤੇ ਤੁਹਾਨੂੰ ਕੋਈ ਲੱਗਦਾ ਹੈ ਕੋਈ ਗਲਤ ਹੈ ਤੇ ਉਹਦੇ ਖਿਲਾਫ ਕਾਰਵਾਈ ਕਰੋ। ਤੁਹਾਡੇ ਕੋਲ ਤਾਂ ਪੁਲਿਸ ਆ, ਪ੍ਰਸ਼ਾਸਨ ਆ, ਹਰ ਚੀਜ਼ ਆ, FIR ਰਜਿਸਟਰ ਕਰੋ, ਤੁਸੀਂ ਕਾਰਵਾਈ ਕਰੋ। ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦੇ ਹੋ? ਇਹਦੇ ਨਾਲ ਮਾਹੌਲ ਵੀ ਖਰਾਬ ਹੁੰਦਾ, ਇਹਦੇ ਨਾਲ ਜਿਹੜਾ ਹੈਗਾ ਇੱਕ ਮਰਿਆਦਾ ਦੀ ਵੀ ਉਲੰਘਣਾ ਹੁੰਦੀ ਹੈ ਤੇ ਮੈਂ ਇਹ ਸਮਝਦਾ ਇਹ ਠੀਕ ਨਹੀਂ ਹੈ ਤੁਹਾਡਾ। ਔਰ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਜਿਹਦੇ ਤੇ ਕਰਨੀ ਹੈ ਕਾਰਵਾਈ ਕਰੋ। ਤੁਹਾਡੇ ਕੋਲ ਕੋਈ ਸਬੂਤ ਨੇ, ਜ਼ਰੂਰ ਕਰੋ। ਸੋ ਵੱਡੇ ਸਿਆਸਤਦਾਨਾਂ ਦੇ ਵਿਚਕਾਰ ਟਵਿੱਟਰ ਵਾਰ ਖੂਬ ਭਖੀ ਹੋਈ ਹੈ। ਖੈਰ ਕਿੱਥੇ ਜਾ ਕੇ ਖਤਮ ਹੁੰਦੀ ਹੈ, ਕਿਸ ਤਰ੍ਹਾਂ ਦੇ ਅੱਗੇ ਵਾਰ ਹੁੰਦੇ ਨੇ, ਖੈਰ ਇਸ ਤੇ ਵੀ ਨਜ਼ਰ ਰਹੇਗੀ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਫੈਸਲੇ ਤੇ ਕੀਤੇ ਗਏ ਪਲਟਵਾਰ ਦੀ। ਦਰਅਸਲ ਬੀਬੀ ਜਗੀਰ ਕੌਰ ਦੇ ਵੱਲੋਂ ਪਹਿਲਾਂ ਫੈਸਲਾ ਲਿਆ ਗਿਆ, ਆਪਣੀ ਪਾਰਟੀ ਦਾ ਐਲਾਨ ਕੀਤਾ ਗਿਆ ਤੇ ਹੁਣ ਇਸ ਤੇ ਪੰਥਕ ਸਿਆਸਤ ਵੀ ਭੱਗ ਗਈ ਹੈ। ਅਕਾਲੀ ਦਲ ਦੇ ਨੂੰ ਬੀਬੀ ਜਗੀਰ ਕੌਰ ਤੇ ਤਿੱਖਾ ਹਮਲਾ ਬੋਲਿਆ ਗਿਆ। ਨਵੀਂ ਪਾਰਟੀ ਦੇ ਗਠਨ ਦੇ ਐਲਾਨ ਤੇ ਨਿਸ਼ਾਨਾ ਸਾਧਿਆ ਗਿਆ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਸਮੁੰਦਰ ਤੋਂ ਦਰਿਆ ਦੇ ਨਿਕਲਣ ਤੇ ਸਮੁੰਦਰ ਖਾਲੀ ਨਹੀਂ ਹੁੰਦੇ। ਜਿਸ ਪਾਰਟੀ ਤੇ ਸਵਾਲ ਚੁੱਕ ਰਿਹਾ ਉਸਨੇ 4 ਵਾਰ ਪ੍ਰਧਾਨ ਬਣਾਇਆ। ਬੀਬੀ ਜਗੀਰ ਕੌਰ ਨੇ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਭਾਜਪਾ ਦਾ ਸਾਥ ਦਿੱਤਾ ਹੈ। ਇਹ ਵੀ ਸਿੱਧੇ ਤੌਰ ਤੇ ਅਕਾਲੀ ਦਲ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਬੀਬੀ ਜਗੀਰ ਕੌਰ ਤੇ। ਦਰਅਸਲ ਬੀਬੀ ਜਗੀਰ ਕੌਰ ਦੇ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਵੱਲੋਂ ਜਵਾਬ ਦਿੱਤਾ ਗਿਆ। ਅਕਾਲੀ ਦਲ ਦਾ ਕਹਿਣਾ ਹੈ ਕਿ ਸਮੁੰਦਰ ਤੋਂ ਦਰਿਆ ਦੇ ਨਿਕਲਣ ਤੇ ਸਮੁੰਦਰ ਕਦੇ ਵੀ ਖਾਲੀ ਨਹੀਂ ਹੁੰਦੇ। ਦਾ ਨਾਂ ਹੋਏਗਾ ਸ਼੍ਰੋਮਣੀ ਅਕਾਲੀ ਪੰਥ, ਤਾਂ ਜੋ ਕੌਮ ਦੀ ਸ਼ਕਤੀ ਕਿਸੇ ਹੋਰ ਦੇ ਹੱਥ 'ਚ ਨਾ ਜਾ ਸਕੇ। ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਹੁਣ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਪੂਰਥਲਾ 'ਚ ਇੱਕ ਸਮਾਗਮ ਦੌਰਾਨ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਤੇ ਹਮਲਾ ਬੋਲਦਿਆਂ ਪੰਥਕ ਸੰਸਥਾਵਾਂ ਨੂੰ ਇੱਕ ਪਰਿਵਾਰ ਦੀ ਪ੍ਰਭੂ ਸੱਤਾ ਚੋਂ ਬਾਹਰ ਕੱਢਣ ਅਤੇ SGPC 'ਚ ਸਿਆਸੀ ਦਖਲਅੰਦਾਜ਼ੀ ਦੀ ਬੰਦ ਕਰਨ ਦੀ ਗੱਲ ਆਖੀ। ਬੀਬੀ ਜਗੀਰ ਕੌਰ ਨੇ SGPC ਦੀ ਚੋਣ ਲੜਨ ਦਾ ਐਲਾਨ ਕੀਤਾ ਹੈ ਅਤੇ ਨਵੀਂ ਪਾਰਟੀ ਵੀ ਐਲਾਨ ਦਿੱਤੀ ਹੈ। ਇੱਕ ਬੋਰਡ ਦਾ ਐਲਾਨ ਕਰਦੀ ਹੈ, ਉਸ ਬੋਰਡ ਦਾ ਨਾਂ ਹੋਵੇਗਾ ਸ਼੍ਰੋਮਣੀ ਅਕਾਲੀ ਪੰਥ। ਉਸ ਬੋਰਡ ਦਾ ਨਾਂ ਹੋਵੇਗਾ ਸ਼੍ਰੋਮਣੀ ਅਕਾਲੀ ਪੰਥ, ਤਾਂ ਜੋ ਕੌਮ ਦੀ ਸ਼ਕਤੀ ਕਿਸੇ ਹੋਰ ਦੇ ਹੱਥ 'ਚ ਨਾ ਜਾ ਸਕੇ। ਇਹ ਕੌਮ ਦੀ ਸ਼ਕਤੀ ਪੰਥ ਦੇ ਹੱਥ ਵਿੱਚ ਰਹਿ ਸਕੇ। ਸਾਧ ਸੰਗਤ ਜੀ, ਜੇ ਪ੍ਰਵਾਨ ਹੋਵੇ ਤਾਂ ਜਕਾਰੇ ਛੱਡ ਕੇ ਗੂੰਜ ਦੀ ਆਵਾਜ਼ ਵਿੱਚ ਪ੍ਰਵਾਨਗੀ ਦਿਓ ਜੀ। ਮੈਂ ਆਪ ਜੀ ਧੰਨਵਾਦ। ਬੀਬੀ ਜਗੀਰ ਕੌਰ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਨੇ ਵੀ ਹਮਲਾਵਰ ਰੁਖ ਅਪਣਾ ਲਿਆ ਅਤੇ ਕਿਹਾ ਹੈ ਕਿ ਬੀਬੀ ਜਗੀਰ ਕੌਰ ਨੂੰ ਆਪਣੇ SGPC ਪ੍ਰਧਾਨ ਰਹਿਣ ਵੇਲੇ ਦਾ ਹਿਸਾਬ ਦੇਣਾ ਪਏਗਾ ਅਤੇ ਅਕਾਲੀ ਦਲ ਨੇ ਕਿਹਾ ਹੈ ਕਿ ਸਮੁੰਦਰ ਤੋਂ ਦਰਿਆ ਦੇ ਨਿਕਲਣ ਨਾਲ ਸਮੁੰਦਰ ਖਾਲੀ ਨਹੀਂ ਹੁੰਦੇ। ਦੇਖੋ, ਸਮੁੰਦਰ ਚੋਂ ਬਹੁਤ ਦਰਿਆ ਨਿਕਲ ਜਾਂਦੇ ਨੇ, ਸਮੁੰਦਰ ਕਦੇ ਖਾਲੀ ਨਹੀਂ ਹੋਇਆ ਕਰਦੇ। ਸੋ ਬੀਬੀ ਜੀ ਦਾ ਜਾਣਾ, ਬੀਬੀ ਜੀ ਦਾ ਪਾਰਟੀ ਬਣਾਉਣਾ, ਲੋਕ ਪਾਰਟੀ ਨਾਲ ਜੁੜੇ ਹੁੰਦੇ ਨੇ, ਲੋਕ ਵਿਅਕਤੀ ਵਿਸ਼ੇਸ਼ ਨਾਲ ਨਹੀਂ ਜੁੜੇ ਹੁੰਦੇ। ਲੋਕ ਪਾਰਟੀ ਨਾਲ ਜੁੜਦੇ ਨੇ, ਪਾਰਟੀ ਦੀ ਵਿਚਾਰਧਾਰਾ ਨਾਲ ਜੁੜਦੇ ਨੇ। ਸੋ ਅਗਰ ਬੀਬੀ ਜੀ ਅੱਜ ਇਹ ਸੋਚਦੇ ਨੇ ਕਿ ਬੀਬੀ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨੁਕਸਾਨ ਪਹੁੰਚਾ ਦੇਣਗੇ ਤਾਂ ਮੈਨੂੰ ਲੱਗਦਾ ਉਹਨਾਂ ਦੀ ਗਲਤਫਹਿਮੀ ਹੋ ਸਕਦੀ ਹੈ। ਸਮੁੰਦਰ ਨੂੰ ਕਦੇ ਫਰਕ ਨਹੀਂ ਪੈਂਦਾ। ਲੋਕ ਜਿਹੜੇ ਪਾਰਟੀਆਂ ਨਾਲ ਜੁੜੇ ਉਹ ਕਦੇ ਵੀ ਲੀਡਰ ਦੇ ਪਿੱਛੇ ਨਹੀਂ ਜਾਂਦੇ, ਉਹ ਆਪਣੀ ਜਗ੍ਹਾ ਤੇ ਕਾਇਮ ਖੜੇ ਰਹਿੰਦੇ। ਅਕਾਲੀ ਦਲ ਦਾ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਜਿਸ ਪਾਰਟੀ ਦੇ ਖਿਲਾਫ ਚੱਲ ਰਹੇ ਨੇ ਅਤੇ BJP ਦੀ ਮਦਦ ਕਰ ਰਹੇ ਨੇ, ਉਸ ਪਾਰਟੀ ਨੇ ਬੀਬੀ ਜਗੀਰ ਕੌਰ ਨੂੰ 4 ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਹੈ। ਵੇਖਦੇ ਹਾਂ ਕਿ ਬੀਬੀ ਜਗੀਰ ਕੌਰ ਦੀ ਅਕਾਲੀ ਦਲ ਦੇ ਖਿਲਾਫ ਇਸ ਲੜਾਈ ਦਾ ਹੁਣ ਅੱਗੇ ਕੀ ਨਤੀਜਾ ਨਿਕਲਦਾ ਹੈ। ਕਪੂਰਥਲਾ ਤੋਂ ਸੰਦੀਪ ਓਬਰਾਏ ਅਤੇ ਚੰਡੀਗੜ੍ਹ ਤੋਂ ਅਮਨ ਭਾਰਦਵਾਜ, ਨਿਊਜ਼ 18 ਪੰਜਾਬ। ਅਗਲੀ ਵੱਡੀ ਖਬਰ ਬਾਲਾਸੋਰ ਟ੍ਰੇਨ ਹਾਦਸੇ ਦੇ ਨਾਲ ਜੁੜੀ ਹੋਈ ਹੈ। ਬਾਲਾਸੋਰ ਟ੍ਰੇਨ ਹਾਦਸੇ ਦੀ ਜਾਂਚ CBI ਦੇ ਵੱਲੋਂ ਕੀਤੀ ਜਾਵੇਗੀ। ਰੇਲਵੇ ਬੋਰਡ ਨੇ CBI ਜਾਂਚ ਦੀ ਦਰਅਸਲ ਸਿਫਾਰਿਸ਼ ਕੀਤੀ ਸੀ। CBI ਦੇ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਰੇਲ ਮੰਤਰੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ, ਰੇਲ ਮੰਤਰੀ ਦੇ ਵੱਲੋਂ ਇਹ ਸਾਫ਼ ਕੀਤਾ ਗਿਆ। ਦਰਅਸਲ ਪਰਸੋਂ ਦਾ ਦਰਦਨਾਕ ਰੇਲ ਹਾਦਸਾ ਹੈ। ਇਸ ਰੇਲ ਹਾਦਸੇ ਦੇ ਵਿੱਚ 288 ਮੁਸਾਫਰਾਂ ਦੀ ਮੌਤ ਹੋਈ ਹੈ। 3 ਰੇਲ ਗੱਡੀਆਂ ਦਰਅਸਲ ਆਪਸ ਦੇ ਵਿੱਚ
ਟੱਕਰ ਹੋ ਗਈ, ਜਿਸ ਤੋਂ ਬਾਅਦ 288 ਲੋਕਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ। ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਹਾਦਸੇ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਗਿਆ ਸੀਗਾ, ਜ਼ਖਮੀਆਂ ਦਾ ਹਾਲ ਜਾਣਿਆ ਗਿਆ ਸੀਗਾ। ਪ੍ਰਧਾਨ ਮੰਤਰੀ ਨੇ ਵੀ ਕੱਲ ਕਿਹਾ ਸੀਗਾ ਕਿ ਇਸ ਪੂਰੇ ਹਾਦਸੇ ਦੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਤੇ ਇਸ ਦੇ ਵਿਚਾਲੇ ਵੱਡੀ ਜਾਣਕਾਰੀ ਹੈ, ਵੱਡੀ ਅਪਡੇਟ ਹੈ ਕਿ ਬਾਲਾਸੋਰ ਟ੍ਰੇਨ ਹਾਦਸੇ ਦੀ ਜਾਂਚ ਸੀਬੀਆਈ ਦੇ ਵੱਲੋਂ ਕੀਤੀ ਜਾਵੇਗੀ। ਦਰਅਸਲ ਰੇਲਵੇ ਬੋਰਡ ਨੇ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ ਸੀ ਤੇ ਉਸ ਤੋਂ ਬਾਅਦ ਚ ਰੇਲ ਮੰਤਰੀ ਦਾ ਬਿਆਨ ਸਾਹਮਣੇ ਆਇਆ ਕਿ ਸੀਬੀਆਈ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਖੈਰ ਇਸ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਕਿਸੇ ਕਿਤੇ ਕੋਈ ਲਾਪਰਵਾਹੀ ਵਰਤੀ ਗਈ ਹੈ, ਕਿਸੇ ਦੀ ਕੋਈ ਅਣਗਹਿਲੀ ਰਹੀ ਹੈ, ਕਿਸ ਕਾਰਨ ਇਹ ਪੂਰਾ ਹਾਦਸਾ ਵਾਪਰਿਆ, ਇਹ ਪੂਰਾ ਜਾਂਚ ਦਾ ਵਿਸ਼ਾ ਹੈ ਤੇ ਸੀਬੀਆਈ ਦੇ ਵੱਲੋਂ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ। ਅੱਗੇ ਵਧਾਂਗੇ ਤੇ ਗੱਲ ਕਰਾਂਗੇ 14 ਦਵਾਈਆਂ ਦੀ, ਜਿਸ ਤੇ ਕਿ ਬੈਨ ਲਗਾ ਦਿੱਤਾ ਗਿਆ ਹੈ। ਭਾਰਤ ਦੇ ਵਿੱਚ ਤੁਰੰਤ ਆਰਾਮ ਦੇਣ ਵਾਲੀਆਂ 14 ਦਵਾਈਆਂ ਦੇ ਕੰਬੀਨੇਸ਼ਨ ਤੇ ਬੈਨ ਲਗਾਇਆ ਗਿਆ। ਖੰਘ, ਬੁਖਾਰ ਤੇ ਸਿਰ ਦਰਦ ਤੋਂ ਆਰਾਮ ਦੇਣ ਵਾਲੀਆਂ ਇਹਨਾਂ ਦਵਾਈਆਂ ਨੂੰ ਸਿਹਤ ਦੇ ਲਈ ਘਾਤਕ ਦੱਸਿਆ ਗਿਆ। ਸਿਹਤ ਮੰਤਰਾਲੇ ਨੇ ਤੁਰੰਤ ਆਰਾਮ ਦੇਣ ਵਾਲੀਆਂ 14 ਪੇਨ ਕਿਲਰਸ ਤੇ ਬੈਨ ਲਾ ਦਿੱਤਾ ਹੈ, ਜਿਨ੍ਹਾਂ 'ਚ ਆਰਾਮ ਦੇਣ ਬਾਬਤ ਕੋਈ ਵੀ ਸਬੂਤ ਨਹੀਂ ਪਾਏ ਗਏ। ਸਿਹਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ ਇਹ ਦਵਾਈਆਂ ਸਿਹਤ ਲਈ ਖਤਰਨਾਕ ਹੋ ਸਕਦੀਆਂ ਨੇ। भारत सरकार ने 14 एफडीसी डोजेस पर जो है वो रोक लगा दी है। ये वो दवाएं हैं जिनसे लोगों को इंस्टेंट रिलीफ मिलता है और एफडीसी कॉम्बिनेशन वो होता है जिसमें एक से ज्यादा जो है वो सॉल्ट्स जो हैं वो होते हैं और लोगों को इससे काफी आराम मिलता है। जब लोगों को सर्दी, खांसी, बुखार होता है तो वो एक से जो है वो कॉम्बिनेशन का इस्तेमाल करते हैं, लेकिन अब इस पर प्रतिबंध लग गया है। ਸਿਹਤ ਮੰਤਰਾਲੇ ਨੇ ਇੱਕ ਐਕਸਪਰਟ ਕਮੇਟੀ ਦੀ ਸਲਾਹ ਤੋਂ ਬਾਅਦ ਇਹ ਦਵਾਈਆਂ ਬੈਨ ਕੀਤੀਆਂ ਨੇ। पैरासिटामोल हो या पैरासिटामोल के साथ नीमोसोलाइड हो उसको बंद कर दिया गया है। कोडेन सिरप का कॉम्बिनेशन हो या फ्लोकोडाइन या पैथोमोजीन हो, इन सारी चीजों को है अब बंद कर दिया है। और अब लोगों से भी ये कहा जा रहा है कि अगर आप भी किसी केमिस्ट पर आते हैं तो आकर आप ये चेक करें कि आप जो दवा ले रहे हैं उसमें 2-3 कॉम्बिनेशंस तो नहीं है, क्योंकि अगर मिक्सचर ऑफ सॉल्ट होगा तो कहीं ना कहीं आपकी सेहत को नुकसान पहुंचेगा। ਬੈਨ ਕੀਤੀਆਂ ਦਵਾਈਆਂ 'ਚ ਸਿਰਦਰਦ ਅਤੇ ਬੁਖਾਰ ਲਈ ਘਰਾਂ 'ਚ ਆਮ ਵਰਤੀ ਜਾਣ ਵਾਲੀ ਪੈਰਾਸੀਟਾਮੋਲ ਵੀ ਸ਼ਾਮਿਲ ਹੈ। ਨੀਮੋਸਲਾਈਡ ਅਤੇ ਕੋਡਿਨ ਸਿਰਪ ਵੀ ਇਸ ਵਿੱਚ ਸ਼ਾਮਿਲ ਕੀਤੇ ਗਏ ਨੇ, ਯਾਨੀ ਕਿ ਜਿਹੜੀਆਂ ਦਵਾਈਆਂ ਤੁਸੀਂ ਆਮ ਘਰਾਂ 'ਚ ਰੱਖਦੇ ਹੋ ਅਤੇ ਖਾਂਸੀ, ਜ਼ੁਕਾਮ, ਬੁਖਾਰ ਲਈ ਵਰਤਦੇ ਹੋ, ਉਹਨਾਂ ਤੇ ਹੁਣ ਬੈਨ ਲੱਗ ਗਿਆ ਹੈ ਅਤੇ ਇਹਨਾਂ ਦਵਾਈਆਂ ਦੀ ਵਿਕਰੀ ਹੁਣ ਗੈਰ ਕਾਨੂੰਨੀ ਮੰਨੀ ਜਾਵੇਗੀ। ਸਿਹਤ ਮੰਤਰਾਲੇ ਮੁਤਾਬਕ ਇਹ ਦਵਾਈਆਂ ਸਿਹਤ ਲਈ ਬੇਹੱਦ ਨੁਕਸਾਨਦਾਇਕ ਸਾਬਤ ਹੋ ਸਕਦੀਆਂ ਨੇ ਅਤੇ ਇਹਨਾਂ ਤੋਂ ਜਾਨ ਨੂੰ ਖਤਰਾ ਹੋ ਸਕਦਾ ਹੈ। ਇਹਨਾਂ ਦੀ ਆਦਤ ਵੀ ਲੱਗ ਜਾਂਦੀ ਹੈ ਅਤੇ ਨਸ਼ੇ ਦੇ ਤੌਰ ਤੇ ਵੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਐਕਸਪਰਟ ਕਮੇਟੀ ਮੁਤਾਬਕ ਇਹਨਾਂ ਦਵਾਈਆਂ ਦਾ ਕੋਈ ਡਾਕਟਰੀ ਪ੍ਰੂਫ ਨਹੀਂ ਹੈ ਅਤੇ ਨੁਕਸਾਨਦਾਇਕ ਹੋਣ ਦੇ ਬਾਵਜੂਦ ਧੜੱਲੇ ਨਾਲ ਵਿਕਰੀ ਹੁੰਦੀ ਹੈ। ਇਸੇ ਕਰਕੇ ਇਹਨਾਂ ਦਵਾਈਆਂ ਤੇ ਰੋਕ ਲਾਈ ਗਈ ਹੈ। 344 ਦਵਾਈਆਂ ਨੂੰ ਸਿਹਤ ਮੰਤਰਾਲੇ ਨੇ 2016 ਚ ਬੈਨ ਕੀਤਾ ਸੀ, ਪਰ ਅਜਿਹੀਆਂ 15 ਦਵਾਈਆਂ ਤਿਆਰ ਕਰਨ ਵਾਲੀਆਂ ਕੰਪਨੀਆਂ ਉਸ ਵੇਲੇ ਅਦਾਲਤ ਚਲੀਆਂ ਗਈਆਂ ਸਨ ਅਤੇ ਹੁਣ ਇਹਨਾਂ 14 ਦਵਾਈਆਂ ਤੇ ਮੰਤਰਾਲੇ ਨੇ ਰੋਕ ਲਾ ਦਿੱਤੀ ਹੈ। ਦਿੱਲੀ ਤੋਂ ਫਰਹਾ ਖਾਨ, ਨਿਊਜ਼ 18 ਪੰਜਾਬ। ਉੱਥੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਫਿਜ਼ੀਕਲ ਮੈਡੀਕਲ ਰੀਹੈਬਿਲਿਟੇਸ਼ਨ ਤੇ ਆਰਥੋਪੈਡਿਕਸ ਵਿਭਾਗ ਦੇ ਵੱਲੋਂ ਪੁਰਾਣੇ ਤੋਂ ਪੁਰਾਣੇ ਦਰਦਾਂ ਦੇ ਇਲਾਜ ਦੇ ਲਈ ਪੇਨ ਮੈਨੇਜਮੈਂਟ ਨਾਮ ਦੀ ਨਵੀਂ ਟੈਕਨੋਲੋਜੀ ਵਰਤੀ ਜਾ ਰਹੀ ਹੈ, ਜਿਸ ਰਾਹੀਂ ਮਰੀਜ਼ਾਂ ਨੂੰ ਹਾਨੀਕਾਰਕ ਪੇਨ ਕਿਲਰ ਦਵਾਈਆਂ ਤੋਂ ਛੁਟਕਾਰਾ ਮਿਲੇਗਾ। ਪੇਨ ਮੈਨੇਜਮੈਂਟ ਟੈਕਨੋਲੋਜੀ ਹਾਲੇ ਪੰਜਾਬ ਦੇ ਕਿਸੇ ਹੋਰ ਸਰਕਾਰੀ ਹਸਪਤਾਲ ਦੇ ਵਿੱਚ ਨਹੀਂ ਹੈ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਟੈਕਨੋਲੋਜੀ ਦੇ ਨਾਲ ਕੀਤੇ ਜਾਣ ਵਾਲਾ ਇਲਾਜ ਦਾ ਖਰਚਾ ਆਮ ਇਨਸਾਨ ਦੀ ਪਹੁੰਚ ਤੋਂ ਬਾਹਰ ਹੈ। पहले तो हम पेशेंट का इवैल्यूएट करते हैं कि दर्द का कारण क्या है, ठीक, और प्रॉपर इवैल्यूएशन के बाद, प्रॉपर इन्वेस्टिगेशंस के बाद अगर हमें लगता है कि पेशेंट को एक जो हम इंजेक्शन की राही मिनिमल इन्वेजिव, इसको मिनिमल इन्वेजिव ट्रीटमेंट कहते हैं, अगर उसके राही अगर पेशेंट को आराम आना होता है तब हम पेशेंट को एक्सप्लेन करते हैं पूरा। और ये डे केयर प्रोसीजर है, इसके लिए कोई एडमिट होने की ज़रूरत नहीं पड़ती। आप OT में हम पेशेंट को लेके, जो हमारे पास इमेज इंटेंसिफायर मशीन होती है, तो उसके अंदर हम देख के इसमें पेशेंट का प्रिसाइज जिस जगह पे पेन है उसमें हम उसको इंजेक्शन देते हैं और इसके असर लंबे टाइम तक भी है। और काफ़ी पेशेंट जो अपने हर चीज़ के लिए पेन किलर खा लेना, चल लेना, तो उन लोगों के लिए, काफ़ी सारे मरीजों के लिए सहायक।